जी बिस्मिल्लाहिर्रहमानिर्रहीम अस्सलाम वालेकुम वरहमतुल्लाहि वबरकातुहू। उम्मीद करदा जी सारे भाई खैरियत नाल होणगे। तुहाडा अपना भाई अवैस विरक ते तुसीं देख रहे हो अवैस विरक यूट्यूब चैनल। मैं तुहाडे सामने खड़ी है मैं दियां लत्तां तो वीडियो स्टार्ट की है। लत्तां तुसीं देख रहे हो मैं दियां किन्नियां ज़्यादा स्वैल हो गईयां ने। जिस तरह नॉर्मल च असीं गल करदे आ हाथी दियां लत्तां जिहड़ियां ने ना इन्नियां सेहतमंद होंदियां ने, जिस तरह इस जानवर दियां लत्तां सेहतमंद हो गईयां ने। इस दे अंदर बीमारी की है, बीमारी ते डिस्कस करांगे तफसील दे नाल, तुहानूं बीमारी दे हवाले नाल समझावांगे भी और इहदा इलाज मुमकिन है या नहीं मुमकिन, इस दे उत्ते भी तफसीलन गल करांगे। वीडियो नूं एंड तक देखिया जे। जिहड़े भाईआं ने चैनल नूं सबसक्राइब नहीं कीता, चैनल नूं सबसक्राइब करके बैल आइकन दे बटन नूं दबा के आल नोटिफिकेशन ते क्लिक कर लैन, ताकि हर नई आने वाली वीडियो दी नोटिफिकेशन उन्हां नूं मिलदी रहे और वीडियो तो सीखते सिखाते रहन। सब तो पहले गल करांगे कि जानवर दी बॉडी दे उत्ते लत्तां ते कोली ते या जानवर दी ठोडी दे थल्ले सोज हो जाना ये किहड़े सिम्पटम शो करवांदी है। ठोडी दे थल्ले अगर सोज हुंदी है, बाकी जानवर दे किसी हिस्से 'च सोज नहीं है, तो इहदा मतलब है कि तुहाडे जानवर दे पेट दे अंदर ओजड़ी दे अंदर नीमाटोडिड एक कीड़ा है, जिहड़ा ओजड़ी दा कीड़ा है, वो कीड़ा पैदा हो गया। ਉਹਦੇ 'ਚ ਤੁਸੀਂ जानवर ਨੂੰ पेट दे कीड़े ने दवाई पिलाਉਂਦੇ ਹੋ ਤੇ ਉਹਦੇ ਨਾਲ ਜਦੋਂ पेट दे कीड़े साफ ਹੁੰਦੇ ਨੇ, ठोडी दे थल्ले वाली सोज उतर जाती है। ਉਹਨਾਂ ਜਾਨਵਰਾਂ ਨੂੰ ठोडी दी सोज नहीं है। इस जानवर ਨੂੰ तीन जगह ਤੇ बेसिकली सोज है, अगलियां पिछलियां ਲੱਤਾਂ ਦੇ ਉੱਤੇ सोज है और दूसरा ਜਿਹੜਾ ਨਾ ਕੋਲੀ ਦੇ ਅੰਦਰ ਜਿਹੜਾ ਨਾ सोज है। ਜੈਨੇਟਿਕਲੀ ਅਸੀਂ जानवर ਦੀ ਕੋਲੀ ਦਾ ਸਾਈਜ਼ ਕੁਝ ਮੱਝਾਂ ਦੀਆਂ ਨਸਲਾਂ ਦੇ ਅੰਦਰ ਵੀ ਪਾਇਆ ਜਾਂਦਾ ਹੈ। ਜਿਸ ਤਰ੍ਹਾਂ ਕਿ ਪਾਕਿਸਤਾਨ ਦੇ ਅੰਦਰ ਰਾਵੀ ਦੀ ਮੱਝ ਹੈ, ਰਾਵੀ ਦੀ ਮੱਝ ਦੇ ਵਿੱਚ ਕੋਲੀ ਦਾ ਸਾਈਜ਼ ਬਹੁਤ ਬੜਾ ਹੈ। ਚਨਾਹ ਦੀ ਮੱਝ ਹੈ ਲੋਕਲ, ਉਹਦੇ 'ਚ ਸਾਈਜ਼ ਬੜਾ ਹੈ। ਤੁਸੀਂ ਕੁੰਡੀ ਨੀਲੀ ਜਾਂ ਇਜ਼ਾ ਖੇਲੀ ਤੇ ਜਾਂਦੇ ਹੋ, ਉਹਦੇ ਕੋਲ ਕੋਲੀ ਦਾ ਸਾਈਜ਼ ਛੋਟਾ ਹੈ। ਐਸਮਾਈ ਕੋਲ ਕੋਲੀ ਦਾ ਸਾਈਜ਼ ਵੀ ਬਹੁਤ ਵੱਡਾ ਹੈ, ਲੇਕਿਨ ਕੋਲੀ ਨॉर्मल ਜਿਹੜੀ ਹੈ ਨਾ ਮੱਝ ਦੀ, ਉਹ ਇਸ ਸਾਈਜ਼ ਦੇ ਅੰਦਰ ਹੈ। ਇਸ ਤੋਂ ਅੱਗੇ ਜਿਹੜੇ ਇਹ ਨੀਚੇ ਵਾਲਾ ਹਿੱਸਾ ਨਜ਼ਰ ਆ ਰਿਹਾ ਨਾ ਸਾਨੂੰ, ਇਹਦੇ 'ਚ ਮਿੱਠੀ ਸੋਜ ਨਜ਼ਰ ਆ ਰਹੀ ਹੈ। ਕਰੀਬ ਕਰਕੇ ਦਿਖਾਇਆ ਜੇ ਜ਼ਰਾ। ਤੁਸੀਂ ਨॉर्मल ਹੱਥ ਲਾ ਕੇ ਜਿਸ ਟਾਈਮ ਘੁੱਟੋਗੇ ਨਾ, उस जगह तो इस तरह होएगा जिस तरह आम रूटीन दे विच बंदे दे हत्थ ते भूंडी लड़ी हुंदी है, ते उस तो बाद असीं कुट्टीए ते वो स्वैलिंग बड़ी मिठी जी स्वैलिंग हुंदी है। ए देख सकते हो तुसीं, हजे भी निशान मेरे उस जगह ते खल्ले ने। जिस जगह ते भी मैं प्रेस करांगा ना, उस जगह दे उत्ते जिहड़ा ना टोया बनदा जाएगा। बेसिकली साडे कुछ फार्मर इस नूं जहरबाद भी कंसीडर करदे ने कि जानवर नूं जहरबाद बन गया। जानवर दे लत्तां ते या कोली ते सोज कड्ढण दी जिहड़ी वजह हुंदी है ना, बेसिकली ਉਹ जिगर दे अंदर दे मसाइल हुंदे ने। एक ਉਹ मसला हुंदा है जिगर दे अंदर, ਜਿਹੜੇ मसले ਦੀ वजह ਤੋਂ जानवर ਜਿਹੜਾ ਹੈ ਨਾ, ਉਹਨੂੰ ਡਾਇਰੀਆ ਲੱਗ ਜਾਂਦਾ ਹੈ, ਲੂਜ਼ ਮੋਸ਼ਨ ਲੱਗ ਜਾਂਦੇ ਨੇ, ਜਿਸਮ ਤੋਂ ਬਾਲ ਖਤਮ ਹੋ ਜਾਂਦੇ ਨੇ ਜਾਨਵਰ ਦੇ। ਦੂਸਰਾ ਇਹ ਹੁੰਦਾ ਹੈ, ਉਹਦੇ 'ਚ ਅਸੀਂ ਉਹਨੂੰ ਲੀਵਰ ਫਲੂਕ ਕਹਿੰਦੇ ਆ। ਦੂਸਰਾ ਇਹ ਹੁੰਦਾ ਹੈ ਕਿ ਲੀਵਰ ਦੇ ਅੰਦਰ ਕਮਜ਼ੋਰੀ ਆ ਗਈ ਹੈ, ਉਹਨੂੰ ਟੌਨਕ ਦਿੰਦੇ, ਉਹਦੇ ਨਾਲ ਉਹਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਤੀਸਰੀ, ਕੋਲੀ ਦੀ ਸੋਜ ਕਰਨ ਦੀ ਜਿਹੜੀ ਮੇਨ ਵਜ੍ਹਾ ਹੁੰਦੀ ਹੈ ਨਾ, ਉਹਦੇ 'ਚ ਲੱਤਾਂ ਦੀ ਸੋਜ ਨਹੀਂ ਆਉਂਦੀ, ਸਿਰਫ ਕੋਲੀ ਦੀ ਸੋਜ ਆਉਂਦੀ ਹੈ। ਕੋਲੀ ਦੀ ਸੋਜ ਕਰਨ ਦੀ ਜਿਹੜੀ ਮੇਨ ਵਜ੍ਹਾ ਹੁੰਦੀ ਹੈ, ਉਹਦੇ 'ਚ ਲੀਵਰ ਫਲੂਕ ਵੀ ਆ ਸਕਦਾ ਹੈ। ਦੂਸਰਾ ਮੈਟਲ ਬਾਡੀ ਜਾਂ ਫਾਨ ਬਾਡੀ ਦਾ ਇਸ਼ੂ ਵੀ ਹੋ ਸਕਦਾ ਹੈ। ਜਾਨਵਰ ਹੈ ਸਾਡੇ 3-4 ਡਾਕਟਰ ਭਾਈ ਨੂੰ ਚੈੱਕ ਕਰਕੇ ਗਏ ਨੇ। ਹਰ ਬੰਦੇ ਦੀ ਆਪਣੀ ਆਬਜ਼ਰਵੇਸ਼ਨ ਹੈ, ਉਹਨੇ ਆਪਣੀ ਆਬਜ਼ਰਵੇਸ਼ਨ ਦੇ ਹਿਸਾਬ ਨਾਲ ਜਾਨਵਰ ਦੀ ਬਿਮਾਰੀ ਨੂੰ ਡਾਇਗਨੋਸ ਕਰਕੇ ਟ੍ਰੀਟਮੈਂਟ ਕੀਤੀ, ਲੇਕਿਨ ਜਾਨਵਰ 'ਚ ਰਿਕਵਰੀ ਨਹੀਂ ਆਈ। ਹੁਣ ਇਸ ਜਾਨਵਰ ਨੂੰ ਮਸਲਾ ਕੀ ਹੈ, ਉਸ ਮਸਲੇ ਤੇ ਅਸੀਂ ਡਿਸਕਸ ਕਰਦੇ ਹਾਂ। ਜਾਨਵਰ ਨੂੰ ਬੇਸਿਕਲੀ ਤੇ ਜਿਗਰ ਦਾ ਮਸਲਾ ਹੈ। ਜਿਗਰ ਦੇ ਮਸਲੇ ਦੀ ਵਜ੍ਹਾ ਤੋਂ ਜਾਨਵਰ ਦੀ ਕੋਲੀ ਦਾ ਸਾਈਜ਼ ਬੜਾ ਹੋ ਗਿਆ ਹੈ, ਲੇਕਿਨ ਜਾਨਵਰ ਦੀਆਂ ਜਿਹੜੀਆਂ ਲੱਤਾਂ ਦੇ ਉੱਤੇ ਇਤਨੀ ਜ਼ਿਆਦਾ ਸੋਜ ਆ ਗਈ ਹੈ, ਇਹਦਾ ਜਿਗਰ ਦੇ ਨਾਲ ਤਲਕ ਨਹੀਂ ਹੈ। ਇਸ ਸੋਜ ਦਾ ਤਲਕ ਪੈਰਾਸਾਈਟ ਦੇ ਨਾਲ ਹੈ, ਜਿਹਨੂੰ ਅਸੀਂ ਜਿਸਮ ਦੇ ਅੰਦਰ ਪੈਰਾਸਾਈਟਿਕਲ ਪ੍ਰੋਬਲਮ ਕਹਿੰਦੇ ਆ। ਉਹਦੇ ਵਿੱਚ ਆ ਕੇ ਕੁਛ ਮੱਝੀ ਐਸੀਆਂ ਹੁੰਦੀਆਂ ਨੇ ਜਿਹੜੀਆਂ ਮੱਝਾਂ ਲੱਤਾਂ ਦੇ ਸੋਜ ਕਰਦੀਆਂ ਨੇ ਡਿਊਰਿੰਗ ਪ੍ਰੈਗਨੈਂਸੀ। ਕੁਛ ਮੱਝਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਪ੍ਰੈਗਨੈਂਸੀ ਤੋਂ ਹਟ ਕੇ ਵੀ ਸੋਜ ਕਰ ਜਾਂਦੀਆਂ ਨੇ। ਪਿਛਲੀਆਂ ਲੱਤਾਂ ਦੀ ਸੋਜ ਤੋਂ ਦਿਖਾਇਆ ਜੋ ਜ਼ਰਾ ਇੱਕ ਦਫਾ ਕਰੀਬ ਕਰਕੇ। ਇਹ ਤੁਸੀਂ ਸੋਜ ਦੇਖ ਰਹੇ ਹੋ, ਇਹ ਜਾਨਵਰ ਦੇ ਲਿਵਰ ਦੀ ਵਜ੍ਹਾ ਤੋਂ ਨਹੀਂ ਹੈ, ਇਹਦੇ ਜਿਗਰ ਦੀ ਵਜ੍ਹਾ ਤੋਂ, ਜਿਗਰ ਦੀ ਖਰਾਬੀ ਦੀ ਵਜ੍ਹਾ ਤੋਂ, ਜਿਗਰ ਦੇ ਮਸਾਇਲ ਦੀ ਵਜ੍ਹਾ ਤੋਂ ਸੋਜ ਨਹੀਂ ਹੈ। ਇਹ ਜਾਨਵਰ ਦੀ ਪੈਰਾਸਾਈਟਿਕਲ ਪ੍ਰੋਬਲਮ ਹੈ। ਇਹਦੇ ਅੰਦਰ ਚਿੱਚੜ ਤੋਂ ਲੱਗਣ ਵਾਲੀਆਂ ਜਿਹੜੀਆਂ ਬਿਮਾਰੀਆਂ, ਵੱਡੀਆਂ 4 ਬਿਮਾਰੀਆਂ ਤੇ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਗਰਮੀਆਂ ਦੇ ਅੰਦਰ ਚਿੱਚੜ ਤੋਂ ਬਿਮਾਰੀਆਂ ਬਹੁਤ ਜ਼ਿਆਦਾ ਲੱਗ ਜਾਂਦੀਆਂ। ਉਹਨਾਂ 'ਚ ਸਭ ਨਾਲੋਂ ਵੱਡੀ ਜਿਹੜੀ ਬਿਮਾਰੀ ਲੱਗਦੀ ਹੈ ਨਾ, ਉਹ 4 ਬਿਮਾਰੀਆਂ ਨੇ। ਇੱਕ ਬਬੇਜ਼ੀਆ, ਇੱਕ ਥਲੇਰੀਆ, ਇੱਕ ਟ੍ਰਿਪਨੋਸੋਮਾ ਤੇ ਇੱਕ ਤੀਸਰੀ ਟ੍ਰਿਪਨੋਸੋਮੀਓਸਿਸ ਹੈ, ਤੇ ਚੌਥੀ ਬਿਮਾਰੀ ਜਿਹੜੀ ਹੈ ਨਾ ਉਹ ਐਨਾਪਲਾਜ਼ਮੋਸਿਸ ਹੈ। ਉਹਨਾਂ ਦੇ ਅੰਦਰ ਜਿਹੜਾ ਟ੍ਰਿਪਨੋਸੋਮੀਆ ਹੈ ਨਾ, ਟ੍ਰਿਪਨੋਸੋਮੀਆ ਦਾ ਅਗਰ ਬੈਕਟੀਰੀਆ ਅੰਦਰ ਚਲਾ ਗਿਆ तो जानवर की लत्तां दे सोज 100% कर सकता है।
ਇਹਦੇ ਚ ਹੁੰਦਾ ਕੀ ਹੈ ਕਿ ਜਾਨਵਰ ਬੈਠ ਜਾਂਦਾ ਹੈ, ਬੈਠਣ ਤੋਂ ਬਾਅਦ ਜਿਹੜਾ ਨਾ ਕਈ ਦਫਾ ਖੜਾ ਨਹੀਂ ਹੁੰਦਾ। ਅਗਰ ਖੜਾ ਹੋ ਜਾਏ ਜਾਨਵਰ ਤੇ ਫਿਰ ਬਹੁਤ ਟਾਈਮ ਬੈਠਦਾ ਨਹੀਂ। ਜਦੋਂ ਜਾਨਵਰ ਦੇ ਪੇਟ ਦੇ ਅੰਦਰ ਕੋਈ ਲੋਹੇ ਵਾਲੀ ਚੀਜ਼ ਪਲਾਸਟਿਕ ਦੀ, ਜਿਹਨੂੰ ਮੈਂ ਮੈਟਲ ਬਾਡੀ ਜਾਂ ਫਾਨ ਬਾਡੀ ਆਖਿਆ, ਜਿਹਦੇ ਚ ਛਾਪਰ ਚਲਾ ਜਾਂਦਾ ਹੈ, ਛਾਪਰ ਵਾਲਾ ਕੇਸ ਵੀ ਨਹੀਂ ਹੈ ਮੱਝ ਦਾ। ਮੱਝ ਨੂੰ ਜਿਗਰ ਦਾ ਮਸਲਾ ਜਿਹੜਾ ਹੈ ਨਾ, ਉਸ ਜਿਗਰ ਡੈਫੀਸ਼ੀਐਂਸੀ ਤੋਂ ਬਣਿਆ, ਜਿਸ ਵਜ੍ਹਾ ਤੋਂ ਸੋਜ ਨਿਕਲੀ ਹੋਈ ਹੈ। ਲਿਵਰ ਦਾ ਵੀ ਇਹਨੂੰ ਕੋਈ ਇਸ਼ੂ ਨਹੀਂ ਹੈ ਕਿ ਲਿਵਰ ਫਲੂਕ ਦਾ ਮਸਲਾ ਹੈ। ਮੱਝ ਦੀ ਟ੍ਰੀਟਮੈਂਟ ਕਰਦੇ ਆ। ਕੁਛ ਦਿਨ ਪਹਿਲੇ, ਅੱਜ ਤੋਂ ਹਫਤਾ ਪਹਿਲੇ ਭਾਈ ਦਾ ਮੇਰੇ ਨਾਲ ਰਾਬਤਾ ਹੋਇਆ ਸੀ, ਮੈਂ ਇਹਨੂੰ ਟ੍ਰੀਟਮੈਂਟ ਕਰਵਾਈ ਹੈ। ਬਕੌਲ ਭਾਈ ਦੇ ਕਿ ਤੁਹਾਡੀ ਟ੍ਰੀਟਮੈਂਟ ਦੇ ਨਾਲ ਕੋਈ 10 15 20% ਤੱਕ ਮੱਝ ਨੂੰ ਅਫਾਦੀਅਤ ਹੋਈ ਹੈ, ਫਾਇਦਾ ਹੋਇਆ ਹੈ। ਮੱਝ ਨੂੰ ਸੋਜ ਅੱਗੇ ਨਾਲੋਂ ਘਟੀ ਹੈ। ਅੱਗੇ ਮਸਲਸਲ ਡੇਲੀ ਬੇਚਸ ਦੇ ਉੱਤੇ ਸੋਜ ਵੱਧਦੀ ਜਾ ਰਹੀ ਸੀ, ਹੁਣ ਸੋਜ ਆਹਿਸਤਾ ਆਹਿਸਤਾ ਘਟਦੀ ਜਾ ਰਹੀ ਹੈ ਇਹਦੀ। ਲੇਕਿਨ ਬਲਕਿ ਘਟਦੀ ਨਹੀਂ, ਉਸੇ ਜਗ੍ਹਾ ਤੇ ਸਟਿਲ ਖੜੀ ਹੈ, ਅੱਗੇ ਨਹੀਂ ਇਸ ਤੋਂ ਜ਼ਿਆਦਾ ਸੋਜ ਵਧੀ। ਹੁਣ ਇਹਦੇ ਜਿਹੜੇ ਸਿੰਪਟਮ ਹੈ ਨੇ, ਉਸ ਹਵਾਲੇ ਨਾਲ ਇਹਦੇ ਥੋੜੇ ਟੈਸਟ ਲਾਵਾਂਗੇ। ਟੈਸਟ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਹਾਂ ਕਿ ਟੈਸਟ ਕਿਸ ਤਰੀਕੇ ਦੇ ਨਾਲ ਲਾਣੇ। ਅਸੀਂ ਸਭ ਤੋਂ ਪਹਿਲੇ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲੇ ਨੰਬਰ ਤੇ ਕੋਲੀ ਦੇ ਅੰਦਰ ਅਸੀਂ ਦੇਖਣਾ ਹੈ ਲਿਵਰ ਫਲੂਕ ਦੀ ਨਿਸ਼ਾਨੀਆਂ ਦੇ ਅੰਦਰ ਇੱਕ ਇਹ ਵੀ ਨਿਸ਼ਾਨੀ ਆਮ ਪਾਈ ਜਾਂਦੀ ਹੈ ਕਿ ਜਾਨਵਰ ਦੀ ਕੋਲੀ ਦੇ ਵਿੱਚ ਅਗਰ ਸਾਈਜ਼ ਬੜਾ ਹੋਇਆ ਹੈ ਨਾ, ਤੇ ਕੋਲੀ ਦੇ ਵਿੱਚ 100% ਪਾਣੀ ਦਾ ਆ ਜਾਣਾ ਇਹ ਫਰਜ਼ ਹੋ ਜਾਂਦਾ ਹੈ ਬਿਮਾਰੀ ਦੇ ਅੰਦਰ। ਹੁਣ ਅਸੀਂ ਦੇਖਦੇ ਹਾਂ ਜੀ, ਇਹ ਨੀਚੇ ਵਾਲਾ ਹਿੱਸਾ ਜਿਹੜਾ ਨਾ ਬਹੁਤ ਮਿੱਠਾ ਹੋ ਗਿਆ, ਅਸੀਂ ਇਹਦੇ ਵਿੱਚ ਲਾਉਂਦੇ ਹਾਂ ਨੀਡਲ। ਅਗਰ ਇਹਦੇ ਅੰਦਰੋਂ ਨਿਕਲਦਾ ਪਾਣੀ ਤੇ ਫਿਰ ਜਾਨਵਰ ਨੂੰ ਜਿਗਰ ਦੇ ਕੀੜਿਆਂ ਦਾ ਮਸਲਾ ਨਹੀਂ ਹੈ। ਅਗਰ ਇਹਦੇ ਅੱਗੋਂ ਕੁਛ ਵੀ ਨਹੀਂ ਨਿਕਲ ਰਿਹਾ ਤੇ ਇਹਦਾ ਮਤਲਬ ਇਹ ਕਿ ਜਾਨਵਰ ਦੇ, ਹੁਣ ਜਿਗਰ ਦਾ ਵੀ ਮਾਈ ਦੱਸ ਰਹੀ ਹੈ ਕਿ ਜਿਗਰ ਦੇ ਅੰਦਰ ਵੀ ਮੇਰੇ ਮਸਲਾ ਹੈ ਕੀੜਿਆਂ ਦਾ। ਇਹ ਦੇਖੋ ਪਾਣੀ ਆ ਰਿਹਾ ਜਿਗਰ ਦੇ ਅੰਦਰੋਂ, ਕੋਲੀ ਦੇ ਅੰਦਰੋਂ। ਇਹ ਜਾਨਵਰ ਮੈਟਲ ਬਾਡੀ ਜਾਂ ਫਾਨ ਬਾਡੀ ਦਾ ਕੇਸ ਨਹੀਂ ਹੈ, ਇਹ ਲਿਵਰ ਫਲੂਕ ਵੀ ਹੈ, ਇਹਨੂੰ ਜਿਗਰ ਦੇ ਕੀੜਿਆਂ ਦਾ ਮਸਲਾ ਵੀ ਹੈ ਮੱਝ ਨੂੰ। ਔਰ ਨਾਲ ਮੱਝ ਜਿਹੜੀ ਹੈ ਨਾ ਪੈਰਾਸਾਈਟਿਕਲ ਪ੍ਰੋਬਲਮ ਦੇ ਅੰਦਰ ਹੈ। ਜਿਗਰ ਦੇ ਮਸਲੇ ਵਾਸਤੇ ਅਸੀਂ ਟ੍ਰੀਟਮੈਂਟ ਨਹੀਂ ਕਰ ਸਕਾਂਗੇ ਕਿਉਂਕਿ ਮੱਝ ਤਕਰੀਬਨ 10ਵੇਂ ਮਹੀਨਾ ਸਟਾਰਟ ਹੋ ਗਿਆ, ਮੱਝ ਨੂੰ ਗੱਭਣ ਹੈ। ਅਸੀਂ ਪੈਰਾਸਾਈਟ ਦੀ ਟ੍ਰੀਟਮੈਂਟ ਕਰਦੇ ਹਾਂ ਤਾਂ ਕਿ ਖਾਣਾ ਪੀਣਾ ਸ਼ੁਰੂ ਕਰੇ, ਆਪਣਾ ਨਾਰਮਲ ਹੋਏ, ਤੇ 10 12 15 ਦਿਨ ਬਾਅਦ ਸੂਣ ਤੋਂ ਇਹਨੂੰ ਅਸੀਂ ਇੰਜੈਕਸ਼ਨ ਲਾਵਾਂਗੇ। ਉਹਦੇ ਨਾਲ ਕੋਲੀ ਜਿਹੜੀ ਇਹਨੂੰ ਵੀ ਖਿੱਚ ਕੇ ਆਪਣੀ ਜਗ੍ਹਾ ਤੇ ਲੈ ਜਾਏਗੀ। ਮੱਝ ਇਨਸ਼ਾਅੱਲਾ ਇਹਨਾਂ ਦੀ ਰਿਕਵਰ ਹੋ ਜਾਏਗੀ। ਇਹ ਤੁਸੀਂ ਦੇਖ ਸਕਦੇ ਹੋ ਜੀ, ਨਾਰਮਲ ਜਿਹੜਾ ਹੈ ਨਾ ਪਾਣੀ ਹੀ ਆ ਰਿਹਾ ਹੈ, ਨਾ ਕੋਈ ਬਲੱਡ ਦਾ ਕਤਰਾ ਆ ਰਿਹਾ ਅੰਦਰੋਂ, ਔਰ ਨਾ ਹੀ, ਔਰ ਇਹਦੇ ਵਿੱਚ ਜਿਹੜੀ ਮਿੱਠੀ ਸੋਜ ਹੈ ਨਾ ਇਹ ਵੀ ਰਿਕਵਰ ਹੋ ਜਾਏਗੀ 3 ਤੋਂ 5 ਦਿਨ ਦੇ ਅੰਦਰ ਅੰਦਰ। ਹੈ ਜਿਗਰ ਦਾ ਮਸਲਾ ਹੈ, ਤੁਹਾਨੂੰ ਸਟਾਰਟ ਤੇ ਦੱਸਿਆ ਹੈ, ਲੇਕਿਨ ਨਾਲ ਲਿਵਰ ਫਲੂਕ ਦਾ ਮਸਲਾ ਵੀ ਹੈ। ਇੱਕ ਟਾਈਮ ਦੇ ਅੰਦਰ ਜਾਨਵਰ ਦੀ ਬਾਡੀ ਦੇ ਅੰਦਰ ਕੂਵਤ ਮੁਦਾਫਤ ਜ਼ਿਆਦਾ ਹੁੰਦੀ ਹੈ। ਇੱਕ ਟਾਈਮ ਐਸਾ ਹੁੰਦਾ ਕਿ ਕੂਵਤ ਮੁਦਾਫਤ ਬਿਲਕੁਲ ਗਿਰ ਜਾਂਦੀ ਹੈ ਜਾਨਵਰ ਦੀ। ਜਦੋਂ ਕੂਵਤ ਮੁਦਾਫਤ ਗਿਰਦੀ ਹੈ ਤੇ ਫਿਰ ਬਿਮਾਰੀਆਂ ਨੂੰ ਦਾਵਤ ਦਿੱਤੀ ਜਾਂਦੀ ਹੈ। ਜਾਨਵਰ ਦੀ ਬਾਡੀ ਖੁਦ ਹੀ ਦਾਵਤ ਦਿੰਦੀ ਹੈ ਕਿ ਆ ਜਾਓ, ਮੇਰੇ ਜਿਸਮ 'ਚ ਕਮਜ਼ੋਰੀ ਆ ਗਈ ਹੈ, ਤੂੰ ਵੀ ਆ ਜਾ ਹੁਣ, ਤੇ ਤੂੰ ਵੀ ਆ ਜਾ। ਜਿਸਮ 'ਚ ਮੁਖਤਲਿਫ ਬਿਮਾਰੀਆਂ ਫਿਰ ਜਨਮ ਲੈ ਜਾਂਦੀਆਂ ਨੇ, ਉਹਨਾਂ ਦੀ ਵਜ੍ਹਾ ਤੋਂ ਜਾਨਵਰ ਜਿਹੜਾ ਨਾ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ। ਇਹ ਹੁਣ 3-4 ਕਤਰੇ ਨਿਕਲੇ ਨੇ, 3-4 ਕਤਰਿਆਂ ਦੇ ਨਾਲ ਹੀ ਮਹਿਸੂਸ ਹੋਣ ਲੱਗਾ ਕਿ ਕੋਲੀ ਦਾ ਸਾਈਜ਼ ਹੌਲਾ ਹੋ ਗਿਆ। ਇਹ ਲਿਵਰ ਫਲੂਕ ਦੀ ਨਿਸ਼ਾਨੀ ਹੈ। ਇਹਦੇ ਅੰਦਰ ਅਸੀਂ ਮੈਡੀਸਨ ਕਰਾਂਗੇ, ਇਹਦੇ ਅੰਦਰ ਵੀ ਅਸੀਂ ਲਾਵਾਂਗੇ ਮੈਡੀਸਨ, ਨਾਲ ਇਹਦੇ ਖੂਨ ਦਾ ਹੁਣ ਟੈਸਟ ਵੀ ਕਰਦੇ ਆ, ਤੁਹਾਨੂੰ ਦਿਖਾਉਂਦੇ ਆ। ਦੋਸਤੋ ਪੈਰਾਸਾਈਟ ਦਾ ਜਿਹੜਾ ਹੈ ਉਹ ਟੈਸਟ ਲਾਉਣ ਵਾਸਤੇ ਸਭ ਤੋਂ ਪਹਿਲੇ ਤੁਹਾਨੂੰ ਚਾਹੀਦਾ ਕੀ ਹੈ। ਦੇਖੋ ਟੈਸਟ ਤੇ ਹਮੇਸ਼ਾ ਲੈਬਾਰਟਰੀਆਂ 'ਚ ਹੁੰਦੇ ਆ, ਫਾਰਮ ਤੇ ਟੈਸਟ ਨਹੀਂ ਹੁੰਦੇ। ਲੇਕਿਨ ਤੁਹਾਡੇ ਕੋਲ ਅਗਰ ਲੈਬਾਰਟਰੀ ਦੂਰ ਹੈ ਜਾਂ ਲੈਬਾਰਟਰੀ ਅਵੇਲੇਬਲ ਨਹੀਂ ਹੈ ਤੇ ਤੁਸੀਂ ਟੈਸਟ ਕਿਸ ਤਰੀਕੇ ਨਾਲ ਲਾ ਸਕਦੇ ਹੋ। ਇਹ ਜਾਨਵਰ ਦੀ ਜੂਗਰਲ ਵੇਨ ਹੈ, ਇਹ ਇਸ ਵੇਨ ਨੂੰ ਅਸੀਂ ਜੂਗਰਲ ਵੇਨ ਕਹਿੰਦੇ ਆ। ਇਹਦਾ ਸਾਈਜ਼ ਆਮ ਰੂਟੀਨ ਇਨਸਾਨ ਦੀ ਬਾਜ਼ੂ ਜਿੱਡਾ ਹੁੰਦਾ ਹੈ। ਇਹਦੇ 'ਚ ਨੀਡਲ ਲਾਣੀ ਸੌਖੀ ਹੈ, ਕੰਨ ਦੇ ਵਿੱਚ ਵੀ ਤੁਸੀਂ ਨੀਡਲ ਲਾ ਸਕਦੇ ਹੋ, ਬਲੱਡ ਲੈ ਸਕਦੇ ਹੋ। ਇਹ ਦੇਖੋ ਕਿਸ ਤਰ੍ਹਾਂ ਵਾਜ਼ਿਹ ਵੇਨਾਂ ਨਜ਼ਰ ਆ ਰਹੀਆਂ ਨੇ। ਲੇਕਿਨ ਜੂਗਰਲ ਵੇਨ ਦਾ ਇਹ ਹੁੰਦਾ ਹੈ ਕਿ ਜੂਗਰਲ ਵੇਨ ਤੋਂ ਜਾਨਵਰ ਨੂੰ ਪੇਨ ਜ਼ਿਆਦਾ ਨਹੀਂ ਹੁੰਦੀ, ਇਸ ਜਗ੍ਹਾ ਤੋਂ ਫਿਰ ਖੂਨ ਰੁਕਦਾ ਘੱਟ ਹੈ, ਇਸ ਜਗ੍ਹਾ ਤੋਂ ਖੂਨ ਫੌਰੀ ਰੁਕ ਜਾਂਦਾ ਹੈ। ਤੁਸੀਂ ਨੀਡਲ ਪਾਸ ਕਰੋ ਜਾਨਵਰ ਦੇ, ਬਸ ਪੁੱਤਰ, ਜਾਨਵਰ ਦੀ ਨਾੜ 'ਚ ਜਿਹੜਾ ਨਾ ਤੁਹਾਡੀ ਨੀਡਲ ਪਾਸ ਹੋਏ, ਨੀਡਲ ਪਾਸ ਹੋਏ, ਤੁਸੀਂ ਬਲੱਡ ਕੱਢੋ ਜਾਨਵਰ ਦਾ। ਬਲੱਡ ਕੱਢਣ ਤੋਂ ਬਾਅਦ ਇਹ ਦੇਖੋ ਜਿੱਥੋਂ ਬਲੱਡ ਕੱਢਿਆ ਉੱਥੇ ਬਿਲਕੁਲ ਫੀਲ ਹੀ ਨਹੀਂ ਹੋ ਰਿਹਾ। ਅਗਰ ਇਹੀ ਕੰਨ ਤੋਂ ਕੱਢਿਆ ਹੁੰਦਾ ਤੇ ਕਾਫੀ ਟਾਈਮ ਸਾਨੂੰ ਦਬਾ ਕੇ ਰੱਖਣਾ ਪੈਣਾ ਸੀ। ਉਹਨੇ ਦਾ ਟੈਸਟ ਲਾਉਣ ਦਾ ਤਰੀਕਾਕਾਰ ਕੀ ਹੈ, ਸਾਡੇ ਕੋਲ ਆਮ ਰੂਟੀਨ ਦੇ ਅੰਦਰ ਅਸੀਂ ਕੋਈ ਵੀ ਪੇਪਰ ਲੈ ਲੈਂਦੇ ਆ। ਦੋਸਤੋ ਅਗਰ ਤੁਸੀਂ ਗਾਰਡ ਟੈਸਟ ਲਾਣਾ ਹੈ, ਉਹਦੇ ਵਾਸਤੇ ਤੁਸੀਂ ਜਿਸ ਟਾਈਮ ਫਰੈਸ਼ ਨੀਡਲ ਇਸਤੇਮਾਲ ਕਰਦੇ ਹੋ, ਉਸ ਨੀਡਲ ਦੇ ਉੱਤੇ ਤੁਹਾਡੇ ਕੋਲ ਇਸ ਤਰ੍ਹਾਂ ਦੇ ਅਗਰ ਕ੍ਰਿਸਟਲ ਬਲੱਡ ਦੇ ਅੰਦਰ ਬਣ ਜਾਂਦੇ ਨੇ ਤੇ ਦਾ ਮਤਲਬ ਹੈ ਕਿ ਪੈਰਾਸਾਈਟ ਜਿਹੜਾ ਨਾ ਜਰਾਸੀਮ ਹੋ ਜਾਂਦਾ ਹੈ। ਹੁਣ ਤੁਸੀਂ ਦੇਖ ਰਹੇ ਹੋ ਖੂਨ, ਇਹ ਕਤਰਾ ਗਿਰ ਰਿਹਾ, ਇਹਨੂੰ ਜਿਸ ਤਰ੍ਹਾਂ ਹੀ ਅਸੀਂ ਸਾਈਡ ਨੂੰ ਕਰਦੇ ਹਾਂ ਇਹ ਫੌਰੀ ਗਿਰ ਜਾਂਦਾ ਹੈ। ਇਹਦਾ ਮਤਲਬ ਹੈ ਕਿ ਖੂਨ ਪਤਲਾ ਹੋ ਗਿਆ। ਇਹਦੇ ਖੂਨ ਦੇ ਅੰਦਰ ਜਿਹੜਾ ਨਾ 100%
ਥਲੇਰੀਆ ਤੇ ਜਰਾਸੀਮ ਹੈ। ਜਦੋਂ ਵੀ ਤੁਸੀਂ ਖੂਨ ਨੂੰ ਕੱਢੋਗੇ ਜਾਂ ਕਿਸੇ ਵੀ ਜਗ੍ਹਾ ਤੇ ਫਾਰਮਰ ਆਮ ਰੂਟੀਨ ਚ, ਚਲੋ ਅਸੀਂ ਕੁਰਬਾਨੀ ਦੀ ਮਿਸਾਲ ਹੀ ਦੇ ਦਿੰਦੇ ਆ ਕਿ ਕੁਰਬਾਨੀ ਦੇ ਉੱਤੇ ਜਦੋਂ ਜਾਨਵਰ ਨੂੰ ਅਸੀਂ ਜ਼ਿਬਾ ਕਰਦੇ ਹਾਂ ਤਾਂ ਉਹਦਾ ਖੂਨ ਗਿਰਦੇ ਆ ਸਾਰ ਹੀ ਜੰਮ ਜਾਂਦਾ ਹੈ। ਅਗਰ ਜਾਨਵਰ ਦਾ ਬਲੱਡ ਗਿਰਦਿਆਂ ਸਾਰ ਜੰਮ ਜਾਏ ਤਾਂ ਇਹਦਾ ਮਤਲਬ ਤੁਹਾਡੇ ਜਾਨਵਰ ਦੇ ਖੂਨ ਦੇ ਅੰਦਰ ਕੋਈ ਜਰਾਸੀਮ, ਕੋਈ ਕੀੜਾ ਨਹੀਂ ਹੈ। ਅਗਰ ਤੁਹਾਡਾ ਖੂਨ ਥੋੜੀ ਦੇਰ ਬਾਅਦ ਵੀ ਚੱਲਦਾ ਰਵੇ ਤੇ ਇਹਦਾ ਮਤਲਬ ਇਹ ਕਿ ਖੂਨ ਦੇ ਅੰਦਰ 100% ਕੀੜੇ ਨੇ। ਔਰ ਕੀੜਾ ਚਿਚੜਾਂ ਵਾਲਾ ਕੰਮ ਕਿਸ ਤਰ੍ਹਾਂ ਕਰ ਰਿਹਾ ਹੁੰਦਾ ਹੈ ਬਾਡੀ ਦੇ ਅੰਦਰ, ਚਿਚੜ ਕੰਮ ਕਿਸ ਤਰ੍ਹਾਂ ਕਰਦਾ ਹੈ ਤੇ ਵੀ ਥੋੜੀ ਡਿਸਕਸ ਕਰ ਲੈਂਦੇ ਆ ਕਿ ਸਾਡੇ ਫਾਰਮਰ ਇਹ ਸਮਝਦੇ ਨੇ ਕਿ ਬਾਡੀ ਤੋਂ ਚਿਚੜ ਲਾ ਲਿਆ ਤੇ ਚਿਚੜ ਦਾ ਸ਼ਾਇਦ ਅਸਰ ਹੀ ਖਤਮ ਹੋ ਗਿਆ ਬਾਡੀ ਦੇ ਉੱਤੋਂ, ਹੁਣ ਚਿਚੜ ਨੁਕਸਾਨ ਕਰ ਹੀ ਨਹੀਂ ਸਕਦਾ। ਚਿਚੜ ਨੂੰ ਅੱਲਾਹ ਤਾਲਾ ਨੇ ਅਜੀਬ ਜੀ ਸਲਾਹੀਅਤ ਦਿੱਤੀ ਹੈ ਜਿਹੜੀ ਬੜੇ ਘੱਟ ਦੁਨੀਆ ਤੇ ਅੱਲਾ ਦੀਆਂ ਪੈਦਾ ਕੀਤੀਆਂ ਮਖਲੂਕਾਂ ਦੇ ਵਿੱਚੋਂ ਕਿਸੇ ਨੂੰ ਉਹ ਤਾਕਤ ਦਿੱਤੀ ਹੋਵੇ। ਚਿਚੜ ਬਾਡੀ ਦੇ ਉੱਤੇ ਜਦੋਂ ਜਾ ਕੇ ਲੱਗਦਾ ਹੈ ਕਦੀ ਵੀ ਡਾਇਰੈਕਟ ਖੂਨ ਹੀਲਿੰਗ ਨਹੀਂ ਕਰ ਸਕਦਾ, ਖੂਨ ਨੂੰ ਡਾਇਰੈਕਟ ਨਹੀਂ ਪੀ ਸਕਦਾ। ਚਿਚੜ ਕਰਦਾ ਕੀ ਹੈ, ਉਸ ਜਗ੍ਹਾ ਤੇ ਆਪਣਾ ਥੁੱਕ ਸੁੱਟਦਾ। ਉਹਦੇ ਥੁੱਕ ਦੇ ਵਿੱਚ ਅੱਲਾ ਨੇ ਲਿਗਨੋਕੀਨ ਰੱਖਿਆ ਹੋਇਆ। ਲਿਗਨੋਕੀਨ ਉਹ ਕੈਮੀਕਲ ਹੈ ਜਿਹੜਾ ਉਸ ਜਗ੍ਹਾ ਤੋਂ ਖੂਨ ਨੂੰ ਸੁੰਨ ਕਰ ਦਿੰਦਾ, ਉਸ ਜਗ੍ਹਾ ਤੋਂ ਗੋਸ਼ਤ ਨੂੰ ਸੁੰਨ ਕਰ ਦਿੰਦਾ ਹੈ। ਸੁੰਨ ਕਰਨ ਦੀ ਵਜ੍ਹਾ ਨਾਲ ਫਿਰ ਨਾਲੇ ਉਹ ਖੂਨ ਨੂੰ ਪਤਲਾ ਕਰਦਾ ਹੈ, ਪਤਲਾ ਕਰਨ ਤੋਂ ਬਾਅਦ ਉਹਨੂੰ ਪੀਣਾ ਸ਼ੁਰੂ ਕਰਦਾ ਹੈ। ਅਸੀਂ ਜਾਨਵਰ ਦੀ ਬਾਡੀ ਦੇ ਬਾਹਰੋਂ ਤੇ ਚਿਚੜ ਲਾ ਲੈਂਦੇ ਆ, ਜਿਹੜਾ ਉਹਨੇ ਥੁੱਕ ਸੁੱਟਿਆ ਹੁੰਦਾ ਅੰਦਰ ਉਹੀ ਉਹਦਾ ਜਰਾਸੀਮ ਹੁੰਦਾ ਜਿਹੜਾ ਜਾਨਵਰ ਨੂੰ ਨੁਕਸਾਨ ਕਰ ਰਿਹਾ ਹੁੰਦਾ। ਉਸੇ ਵਜ੍ਹਾ ਤੋਂ ਜਾਨਵਰ ਖਰਾਬ ਹੁੰਦਾ ਹੈ। ਅਗਰ ਤੁਹਾਡੇ ਫਾਰਮ ਦੇ ਉੱਤੇ ਜਾਨਵਰ ਮੱਝਾਂ ਨੇ ਜਾਂ ਗਾਵਾਂ ਨੇ, ਤੁਸੀਂ ਮੇਰੀਆਂ ਕਾਫੀ ਸਾਰੀਆਂ ਵੀਡੀਓ ਮੈਂ ਇਸ ਟੌਪਿਕ ਦੇ ਉੱਤੇ ਸ਼ੇਅਰ ਕੀਤੀਆਂ ਹੋਈਆਂ ਨੇ ਕਿ ਪੈਰਾਸਾਈਡ ਵਾਸਤੇ ਤੁਸੀਂ ਲਾਜ਼ਮੀ ਗਰਮੀਆਂ ਦੇ ਅੰਦਰ ਹਰ 40 ਦਿਨਾਂ ਬਾਅਦ ਜਾਨਵਰ ਨੂੰ ਟ੍ਰੀਟਮੈਂਟ ਦਿਓ। ਉਹਦੇ ਚ ਮੀਡੋਕਾਰਬ ਤੁਸੀਂ ਲਾ ਸਕਦੇ ਹੋ, ਤੁਸੀਂ ਡਾਇਮੀਨਾਜ਼ੀਨ ਲਾ ਸਕਦੇ ਹੋ, ਤੁਸੀਂ ਐਂਟੀਪਾਇਰੀਨ ਲਾ ਸਕਦੇ ਹੋ। ਜਿਹਦੇ ਚ ਡਾਇਮੀਨਾਜ਼ੀਨ ਐਂਟੀਪਾਇਰੀਨ ਮਿਕਸ ਹੈ ਉਹ ਲਾ ਸਕਦੇ ਹੋ। ਉਹ ਇੰਜੈਕਸ਼ਨ ਦਿਓ, ਤੁਹਾਡਾ ਜਾਨਵਰ ਜਿਹੜਾ ਨਾ 40 ਦਿਨ ਵਾਸਤੇ ਵੱਡੀਆਂ 4 ਬਿਮਾਰੀਆਂ ਤੋਂ ਮਹਿਫੂਜ਼ ਹੋ ਸਕੇ। ਕਿਉਂਕਿ ਗਰਮੀਆਂ ਦੇ ਅੰਦਰ ਜਾਨਵਰ ਨੂੰ ਨਾ ਆਪਣੇ ਬੱਚੇ ਦੀ ਫਿਕਰ ਹੁੰਦੀ ਹੈ, ਨਾ ਮਾਲਕ ਦੇ ਦੁੱਧ ਦੀ ਫਿਕਰ ਹੁੰਦੀ ਜਿਹੜਾ ਉਹਨੂੰ ਦੇਣਾ ਹੁੰਦਾ ਉਹਨੇ, ਕਿਉਂਕਿ ਉਸ ਟਾਈਮ ਸਿਰਫ ਇੱਕੋ ਹੀ ਧਿਆਨ ਹੁੰਦਾ ਜਾਂ ਗਰਮੀ ਤੋਂ ਬਚਾਂ ਜਾਂ ਮੈਂ ਜਾਨ ਬਚਾਵਾਂ। ਤੇ ਜਾਨਵਰ ਜਿਹੜਾ ਇਹ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ ਕਿ ਅੱਲਾਹ ਤਾਲਾ ਨੇ ਦੁਨੀਆ ਤੇ ਇਹਨੂੰ ਬੇਜਾਨ ਪੈਦਾ ਕੀਤਾ ਹੈ। ਜਾਨਦਾਰ ਚੀਜ਼ ਹੈ। ਗਰਮੀ ਸਾਡੇ ਜਿੰਨੀ ਲੱਗਦੀ ਹੈ, ਸਰਦੀ ਸਾਡੇ ਜਿੰਨੀ ਲੱਗਦੀ ਹੈ ਇਹਨੂੰ। ਔਰ ਇਹਦੀ ਜਿਹੜੀ ਕੇਅਰ ਹੈ ਇਨਸਾਨ ਜਿੰਨੀ ਆਪਣੀ ਕਰਦਾ ਉਤਨੀ ਇਹਦੀ ਕੇਅਰ ਬਣਦੀ ਹੈ। ਜਦੋਂ ਤੁਸੀਂ ਇਹਦੀ ਕੇਅਰ ਨਹੀਂ ਕਰਦੇ ਇਹਦੀ ਇਮਿਊਨਿਟੀ ਡਿੱਗ ਜਾਂਦੀ ਹੈ ਤੇ ਬਿਮਾਰੀਆਂ ਹਮਲਾ ਕਰ ਦਿੰਦੀਆਂ ਨੇ ਤੇ ਜਾਨਵਰ ਨੂੰ ਜਿਹੜਾ ਉਹਦੀ ਲਪੇਟ ਚ ਆਉਣ ਦੀ ਵਜ੍ਹਾ ਨਾਲ ਜਾਨਵਰ ਖਰਾਬ ਹੋ ਜਾਂਦਾ ਹੈ। ਇਸ ਜਾਨਵਰ ਦੀ ਟ੍ਰੀਟਮੈਂਟ ਕਰਾਂਗੇ, ਟ੍ਰੀਟਮੈਂਟ ਤੁਹਾਡੇ ਨਾਲ ਇਨਸ਼ਾਅੱਲਾ ਕਮੈਂਟਾਂ ਦੇ ਵਿੱਚ ਸ਼ੇਅਰ ਕਰਾਂਗੇ।